ਖੁਸ਼ਵੰਤ ਸਿੰਘ ਦੀ ਪੁਸਤਕ ਸਿੱਖ ਇਤਿਹਾਸ ਭਾਗ ਦੂਸਰਾ ਦਾ ਪਹਿਲਾ ਭਾਗ ਸਿੱਖ ਰਾਜ ਦਾ ਪਤਨ ਕਾਂਡ 2 ਅੰਗਰੇਜ਼ਾਂ ਤੇ ਸਿੱਖਾਂ ਦਾ ਪਹਿਲਾ ਯੁੱਧ। ਅੰਗਰੇਜ਼ਾਂ ਦੀਆਂ ਤਿਆਰੀਆਂ। ਅੰਗਰੇਜ਼ਾਂ ਨੇ ਇਹ ਫੈਸਲਾ ਕਦੋਂ ਕੀਤਾ ਕਿ ਪੰਜਾਬ ਵਿੱਚ ਅਰਾਜਕਤਾ ਤੇ ਗੈਰ ਕਾਨੂੰਨੀ ਸਥਿਤੀ ਇੱਥੋਂ ਤੱਕ ਵੱਧ ਗਈ ਹੈ ਕਿ ਹੁਣ ਉਹਨਾਂ ਨੂੰ ਆਪਣੇ ਅਧਿਕਾਰ ਹੇਠ ਇਲਾਕੇ ਦੀ ਸੁਰੱਖਿਆ ਲਈ ਸਤਲੁਜ ਦੀ ਸਰਹੱਦ ਨੂੰ ਸ਼ਕਤੀਸ਼ਾਲੀ ਬਣਾਉਣ ਦੀ ਲੋੜ ਹੈ ਤੇ ਜ਼ਰੂਰਤ ਪਵੇ ਤਾਂ ਉਹਨਾਂ ਨੂੰ ਸਤਲੁਜ ਪਾਰ ਵੀ ਕਰਨਾ ਚਾਹੀਦਾ ਹੈ। ਤੇ ਸਿੱਖ ਕਦੋਂ ਇਸ ਸਿੱਟੇ ਤੇ ਪਹੁੰਚੇ ਕਿ ਅੰਗਰੇਜ਼ਾਂ ਨੇ ਪੰਜਾਬ ਉੱਪਰ ਉਸ ਤਰ੍ਹਾਂ ਹੀ ਅਧਿਕਾਰ ਕਰ ਲੈਣ ਦਾ ਫੈਸਲਾ ਕਰ ਲਿਆ ਜਿਵੇਂ ਉਹਨਾਂ ਨੇ ਬਾਕੀ ਦੇ ਭਾਰਤ ਉੱਪਰ ਕਬਜ਼ਾ ਕੀਤਾ ਹੋਇਆ ਤੇ ਇਸੇ ਵੈਰ ਭਾਵਨਾ ਨਾਲ ਉਹ ਅੱਗੇ ਵਧ ਰਹੇ ਸਨ। ਇਹਨਾਂ ਸਵਾਲਾਂ ਦਾ ਸਹੀ ਉੱਤਰ ਦੇਣਾ ਸੰਭਵ ਨਹੀਂ ਹੈ। ਕੁਝ ਅਜਿਹੇ ਅੰਗਰੇਜ਼ ਸਨ ਜੋ ਇਹ ਵਿਸ਼ਵਾਸ ਕਰਦੇ ਸਨ ਕਿ ਉਹਨਾਂ ਦੀ ਕੌਮ ਨੂੰ ਤਕਦੀਰ ਨੇ ਰਾਜ ਕਰਨ ਤੇ ਦੇਸੀ ਲੋਕਾਂ ਨੂੰ ਸਭਿਅਤਾ ਸਿਖਾਉਣ ਦਾ ਕਾਰਜ ਸੌਂਪਿਆ ਹੋਇਆ ਸੀ ਤੇ ਕੁਝ ਬਰਤਾਨਵੀ ਸਮਾਚਾਰ ਪੱਤਰਾਂ ਵਿੱਚ ਇਸ ਕਿਸਮ ਦੇ ਵਿਚਾਰ ਛਾਪੇ ਜਾਂਦੇ ਸਨ ਕਿ ਬਰਤਾਨਵੀ ਝੰਡੇ ਤੇ ਈਸਾਈਅਤ ਦਾ ਬੋਲਬਾਲਾ ਸਾਰੇ ਮਹਾਂਦੀਪ ਉੱਤੇ ਅਤੇ ਉਸ ਤੋਂ ਪਾਰ ਵੀ ਹੋਣਾ ਚਾਹੀਦਾ ਹੈ। ਦਰਬਾਰ ਇਹਨਾਂ ਵਿਚਾਰਾਂ ਤੋਂ ਅਣਜਾਣ ਨਹੀਂ ਸੀ। ਕਲਕੱਤਾ ਦੇ ਅਖਬਾਰਾਂ ਵਿੱਚ ਜੋ ਰਿਪੋਰਟਾਂ ਛਪਦੀਆਂ ਸਨ, ਅੰਗਰੇਜ਼ ਅਧਿਕਾਰੀਆਂ ਦੇ ਭਾਸ਼ਣਾਂ ਦੇ ਸਾਰ ਤੇ ਪਲਟਨਾਂ ਦੇ ਲੰਗਰਾਂ ਵਿੱਚ ਹੁੰਦੀਆਂ ਗੱਲਾਂ ਬਾਤਾਂ ਲਾਹੌਰ ਪਹੁੰਚ ਜਾਂਦੀਆਂ ਸਨ। ਰਣਜੀਤ ਸਿੰਘ ਦੀ ਮੌਤ ਦੇ ਮਗਰੋਂ ਅੰਗਰੇਜ਼ੀ ਹਲਕਿਆਂ ਵਿੱਚ ਪੰਜਾਬ ਵਿਰੁੱਧ ਫੌਜੀ ਕਾਰਵਾਈ ਆਮ ਚਰਚਾ ਦਾ ਵਿਸ਼ਾ ਸੀ। ਪਰ ਜਿਸ ਸਮੇਂ ਤੋਂ ਸ਼ੇਰ ਸਿੰਘ ਮਹਾਰਾਜਾ ਬਣਿਆ ਤਾਂ ਇਹ ਚਰਚਾ ਜਿੱਤ ਦੀ ਯੋਜਨਾ ਵਿੱਚ ਬਦਲ ਗਈ। 1844 ਜੁਲਾਈ ਵਿੱਚ ਜਦੋਂ ਲਾਰਡ ਹਾਰਡਿੰਗ, ਜੋ ਕਿ ਇੱਕ ਅਨੁਭਵੀ ਸੈਨਿਕ ਸੀ, ਭਾਰਤ ਦਾ ਗਵਰਨਰ ਜਨਰਲ ਬਣ ਕੇ ਆਇਆ ਤਾਂ ਯੋਜਨਾਵਾਂ ਵਿਸਤ੍ਰਿਤ ਵਿਉਂਤ ਵਿੱਚ ਤਬਦੀਲ ਕਰ ਦਿੱਤੀਆਂ ਗਈਆਂ। ਇੱਕ ਵਾਰ ਪੁਲ ਤੋਂ ਪਾਰ ਕਰਾਉਣ ਲਈ ਬੇੜੀਆਂ ਨੂੰ ਉਸ ਜਗ੍ਹਾ ਤੇ ਇਕੱਠਾ ਕੀਤਾ ਹੋਇਆ ਸੀ ਤੇ 1845 ਦੀਆਂ ਗਰਮੀਆਂ ਵਿੱਚ ਬ੍ਰੌਡਫੁੱਟ ਬਿਨਾਂ ਕਿਸੇ ਲੁਕ ਲੁਕਾ ਦੇ ਇਹਨਾਂ ਬੇੜੀਆਂ ਦੀ ਵਰਤੋਂ ਕਰ ਰਿਹਾ ਸੀ। 1845 ਦੀ ਪਤਝੜ ਵਿੱਚ ਉਸ ਸਮੇਂ ਤੱਕ ਹਿੰਦੁਸਤਾਨ ਦੀ ਸਭ ਤੋਂ ਵੱਡੀ ਫੌਜ ਹਮਲਾ ਕਰਨ ਲਈ ਪੰਜਾਬ ਸੀਮਾ ਤੇ ਅਡੋਲ ਟਿਕੀ ਹੋਈ ਸੀ। ਲਾਰਡ ਐਲਨਬਰੋ ਦੇ ਸਮੇਂ ਵਿੱਚ ਇਸ ਦੀ ਗਿਣਤੀ ਜੋ 17,000 ਜਵਾਨ ਤੇ 68 ਤੋਪਾਂ ਸੀ, ਵਧਾ ਕੇ 40,000 ਸੈਨਿਕ ਤੇ 94 ਤੋਪਾਂ ਕਰ ਦਿੱਤੀ ਗਈ। ਲੁਧਿਆਣਾ, ਜੋ 1809 ਤੱਕ ਇੱਕੋ ਇੱਕ ਚੌਕੀ ਸੀ, ਇਸ ਤੋਂ ਬਿਨਾਂ ਅੰਬਾਲਾ, ਫਿਰੋਜ਼ਪੁਰ ਤੇ ਸ਼ਿਮਲੇ ਦੀਆਂ ਪਹਾੜੀਆਂ ਵਿੱਚ ਸਤਲੁਜ ਤੋਂ ਦਿਖਾਈ ਦਿੰਦੀਆਂ ਛਾਉਣੀਆਂ ਕਾਇਮ ਕਰ ਦਿੱਤੀਆਂ ਗਈਆਂ ਸਨ। ਦਸੰਬਰ 1845 ਦੇ ਪਹਿਲੇ ਸਪਤਾਹ ਵਿੱਚ ਲਾਰਡ ਗੱਫ ਨਿੱਜੀ ਤੌਰ ਤੇ ਮੇਰਠ ਅਤੇ ਅੰਬਾਲੇ ਤੋਂ ਫੌਜੀ ਦਲਾਂ ਦੀ ਅਗਵਾਈ ਕਰਕੇ ਆਇਆ, ਜਿੱਥੇ ਉਸ ਦੀ ਉਡੀਕ ਜਨਰਲ ਲਿਟਲਰ ਕਰ ਰਿਹਾ ਸੀ ਅਤੇ ਜਿੱਥੇ ਸਤਲੁਜ ਦੇ ਪੁਲ ਬਣਾਉਣ ਲਈ ਬੇੜੀਆਂ ਇਕੱਠੀਆਂ ਕੀਤੀਆਂ ਹੋਈਆਂ ਸਨ। ਲਾਰਡ ਹਾਰਡਿੰਗ ਨੇ ਗੱਫ ਦੇ ਕੋਲ ਜਾਣ ਦਾ ਫੈਸਲਾ ਕੀਤਾ ਤਾਂ ਜੋ ਉਹ ਕਮਾਂਡਰ ਇਨ ਚੀਫ ਯਾਨੀ ਸੈਨਾਪਤੀ ਨੂੰ ਆਪਣੇ ਫੌਜੀ ਅਨੁਭਵ ਦਾ ਕੁਝ ਲਾਭ ਦੇ ਸਕੇ। ਸਿੱਖਾਂ ਵਿੱਚ ਤਿਆਰੀ ਦੀ ਘਾਟ। ਬ੍ਰੌਡਫੁੱਟ ਨੇ ਜੁਲਾਈ 1845 ਵਿੱਚ ਲਿਖਿਆ, ਲਾਹੌਰ ਸਿਆਸੀ ਤੇ ਪ੍ਰੇਮ ਸੰਬੰਧਾਂ ਦੀਆਂ ਸਾਜ਼ਿਸ਼ਾਂ ਤੇ ਸ਼ਰਾਬਨੋਸ਼ੀ ਵਿੱਚ ਮਸਤ ਤੇ ਸ਼ਾਂਤ ਹੈ। ਇੱਕ ਮਹੀਨਾ ਮਗਰੋਂ ਵੀ ਉਸਨੇ ਉਸੇ ਰੋਹ ਵਿੱਚ ਹੀ ਲਿਖਿਆ, ਮੈਂ ਕਦੇ-ਕਦੇ ਮਹਿਸੂਸ ਕਰਦਾ ਹਾਂ ਕਿ ਮੈਂ ਇੱਕ ਸਰਕਾਰ ਵੱਲੋਂ ਦੂਸਰੀ ਸਰਕਾਰ ਕੋਲ ਪ੍ਰਤੀਨਿਧ ਹੋਣ ਦੀ ਥਾਂ ਤੇ ਪਾਦਰੀ ਦੇ ਗਿਰਜੇ ਦੇ ਦਰਵਾਜ਼ੇ ਦੇ ਪੁਲਸੀਏ ਨਾਲੋਂ ਕਿਸੇ ਵੇਸਵਾ ਕਰਦਾ ਪਹਿਰੇਦਾਰ ਹੋਵਾਂ। ਬਰਤਾਨਵੀ ਪ੍ਰਤੀਨਿਧੀ ਹਰ ਬਜ਼ਾਰੂ ਗੱਪ ਨੂੰ, ਭਰੋਸੇਯੋਗ ਖਬਰ ਦੇ ਅਨਾੜੀਪਣੇ ਨੂੰ ਸਹੀ ਮੰਨਦਿਆਂ ਹੋਇਆਂ ਵੀ ਅਸੀਂ ਇਸ ਸਿੱਟੇ ਤੇ ਅਵੱਸ਼ ਪਹੁੰਚਦੇ ਹਾਂ ਕਿ ਅੰਗਰੇਜ਼ ਬੜੀ ਸੋਚ ਸਮਝ ਨਾਲ ਜੰਗ ਦੀ ਤਿਆਰੀ ਕਰ ਰਹੇ ਸਨ, ਭਾਵੇਂ ਇਹ ਬਚਾਓ ਲਈ ਸੀ ਜਾਂ ਹਮਲਾ ਕਰਨ ਲਈ। ਤੇ ਦਰਬਾਰ ਝੂਠੀ ਸੁਰੱਖਿਆ ਦੀਆਂ ਲੋਰੀਆਂ ਲੈ ਕੇ ਸੁੱਤਾ ਹੋਇਆ ਸੀ ਤੇ ਇਸਨੇ ਆਪਣੇ ਆਪ ਨੂੰ ਕਾਮ ਤ੍ਰਿਪਤੀ ਦੇ ਆਨੰਦ ਦੇ ਹਵਾਲੇ ਕੀਤਾ ਹੋਇਆ ਸੀ। ਰਾਣੀ ਜਿੰਦਾਂ ਤੇ ਪ੍ਰਧਾਨ ਮੰਤਰੀ ਰਾਜਾ ਲਾਲ ਸਿੰਘ, ਸਿੱਖ ਫੌਜਾਂ ਦਾ ਸੈਨਾਪਤੀ ਤੇਜ ਸਿੰਘ ਤੇ ਬਹੁਤ ਸਾਰੇ ਸਿੱਖ ਤੇ ਡੋਗਰੇ ਸਰਦਾਰ ਵੀ ਅੰਗਰੇਜ਼ਾਂ ਨਾਲ ਸੰਪਰਕ ਬਣਾਈ ਬੈਠੇ ਸਨ ਤੇ ਪੰਜਾਬ ਨੂੰ ਵਿਕਾਊ ਲਾਈ ਬੈਠੇ ਸਨ, ਬਸ਼ਰਤੇ ਕਿ ਉਹਨਾਂ ਦੀ ਜਾਨ ਤੇ ਜਾਗੀਰਾਂ ਮਹਿਫੂਜ਼ ਰਹਿਣ। ਦਰਬਾਰੀ ਬੇਮੁਹਾਰੇ ਤੇ ਅਨੁਸ਼ਾਸਨਹੀਣ ਫੌਜ ਤੋਂ ਪੂਰੀ ਤਰ੍ਹਾਂ ਡਰੇ ਹੋਏ ਸਨ। ਉਹ ਇਸ ਦੀ ਤਬਾਹੀ ਦੇ ਚਾਹਵਾਨ ਸਨ। ਅੰਗਰੇਜ਼ੀ ਫੌਜਾਂ ਦੀ ਨਕਲੋ ਹਰਕਤ ਨੇ ਉਹਨਾਂ ਨੂੰ ਮੌਕਾ ਦੇ ਦਿੱਤਾ ਕਿ ਫੌਜ ਦਾ ਧਿਆਨ ਆਪਣੀਆਂ ਕਰਤੂਤਾਂ ਵੱਲੋਂ ਹਟਾ ਕੇ ਅੰਗਰੇਜ਼ਾਂ ਵੱਲ ਕਰਕੇ ਖਾਲਸਾ ਦੇ ਅੰਗਰੇਜ਼ਾਂ ਪ੍ਰਤੀ ਭੈ ਨੂੰ ਉਤੇਜਿਤ ਕਰਨ। ਖਾਲਸਾ ਫੌਜ ਦਰਬਾਰ ਤੇ ਅੰਗਰੇਜ਼ਾਂ ਦੋਹਾਂ ਦੀ ਵਿਰੋਧੀ ਸੀ। ਦਰਬਾਰ ਨੂੰ ਤਾਂ ਇਸ ਨੇ ਵਧੇਰੇ ਤਨਖਾਹਾਂ ਦੇਣ ਲਈ ਬਲੈਕਮੇਲ ਕੀਤਾ ਹੋਇਆ ਸੀ, ਯਾਨੀ ਭੇਤ ਲੁਕਾਉਣ ਜਾਂ ਡਰਾ ਕੇ ਪ੍ਰਾਪਤ ਕੀਤਾ ਹੋਇਆ ਲਾਭ ਲੈਣ ਲਈ। ਪੰਜਾਬੀ ਸੈਨਿਕਾਂ ਨੂੰ ਅੰਗਰੇਜ਼ ਸੈਨਿਕਾਂ ਨਾਲੋਂ ਦੁੱਗਣੀ ਤਨਖਾਹ ਮਿਲਦੀ ਸੀ।
ਤੇ ਅੰਗਰੇਜ਼ਾਂ ਉੱਪਰ ਇਸ ਨੂੰ ਇਹ ਸ਼ੱਕ ਸੀ ਕਿ ਉਹਨਾਂ ਨੇ ਮੰਤਰੀਆਂ ਦੇ ਉੱਚ ਅਧਿਕਾਰੀਆਂ ਨੂੰ ਜਿੱਤ ਦੀਆਂ ਯੋਜਨਾਵਾਂ ਵਿੱਚ ਸਹਿਯੋਗ ਦੇਣ ਲਈ ਖਰੀਦਿਆ ਹੋਇਆ ਸੀ। ਭਾਵੇਂ ਫੌਜ ਰਾਜ ਵਿੱਚ ਗੜਬੜੀ ਦੀ ਮੁੱਖ ਤੌਰ 'ਤੇ ਜ਼ਿੰਮੇਵਾਰ ਸੀ, ਤਾਂ ਵੀ ਪੰਚ ਛਾਉਣੀਆਂ ਵਿੱਚ ਕੁਝ ਹੱਦ ਤੱਕ ਅਨੁਸ਼ਾਸਨ ਕਾਇਮ ਕਰਨ ਦੇ ਯੋਗ ਸਨ ਤੇ ਉਹ ਨਵੀਆਂ ਤੋਪਾਂ ਦੀ ਢਲਾਈ, ਗੱਡੀਆਂ ਬਣਾਉਣ, ਅਸਲਾਖਾਨੇ ਦੇ ਗੁਦਾਮ ਤਿਆਰ ਕਰਨ, ਬੰਦੂਕਾਂ ਤੇ ਤਲਵਾਰ ਬਣਾਉਣ ਦੇ ਕਾਰਜ ਦਾ ਪ੍ਰਬੰਧ ਕਰਦੇ ਸਨ। ਉਹ ਆਮ ਸੈਨਿਕ ਵਿੱਚ ਦੇਸ਼ ਭਗਤੀ ਦੀ ਭਾਵਨਾ ਭਰਨ ਤੇ ਖਾਲਸੇ ਦੀ ਅਜਿੱਤਤਾ ਦੇ ਰਹੱਸ ਦੀ ਪੁਨਰ ਸਥਾਪਨਾ ਕਰਨ ਤੇ ਫਿਰੰਗੀ ਨੂੰ ਧੱਕ ਕੇ ਸਮੁੰਦਰ ਵਿੱਚ ਡੋਬ ਦੇਣ ਦੇ ਜੋਸ਼ ਨਾਲ ਭਰ ਦੇਣ ਦੇ ਸਮਰੱਥ ਸਨ। ਬਰਤਾਨਵੀ ਪ੍ਰਤੀਨਿਧੀ ਨੇ ਸੈਨਿਕ ਤਿਆਰੀਆਂ ਬਾਰੇ ਸਫਾਈ ਮੰਗੀ। ਦਰਬਾਰ ਨੇ ਉੱਤਰ ਦਿੱਤਾ ਕਿ ਅੰਗਰੇਜ਼ਾਂ ਦੇ ਆਕਰਮਕ ਮਨਸੂਬਿਆਂ ਦੇ ਟਾਕਰੇ ਲਈ ਇਹ ਸੁਰੱਖਿਆਤਮਕ ਉਪਾਅ ਸਨ। ਇਸ ਤੋਂ ਬਿਨਾਂ ਦਰਬਾਰ ਨੇ ਸੁਚੇਤ ਸਿੰਘ ਦੇ 17 ਲੱਖ ਤੋਂ ਵਧੇਕ ਅਨੁਮਾਨਿਤ ਖਜ਼ਾਨੇ ਦੀ ਵਾਪਸੀ ਤੇ ਨਾਭੇ ਵਿੱਚ ਪਿੰਡ ਮੋਰੋ ਦੀ ਵਾਪਸੀ ਤੇ ਸਤਲੁਜ ਪਾਰਲੇ ਇਲਾਕਿਆਂ ਵਿੱਚ ਪੰਜਾਬ ਦੇ ਸ਼ਸਤਰਬੱਧ ਸਿਪਾਹੀਆਂ ਲਈ ਬੇਰੋਕ ਲਾਂਘੇ ਦੀ ਮੰਗ ਕੀਤੀ, ਜਿਸ ਨੂੰ ਅੰਗਰੇਜ਼ਾਂ ਨੇ ਕਾਗਜ਼ੀ ਤੌਰ 'ਤੇ ਤਾਂ ਮੰਨਿਆ ਹੋਇਆ ਸੀ, ਪਰ ਅਮਲੀ ਤੌਰ 'ਤੇ ਕਈ ਵਾਰ ਇਨਕਾਰ ਕਰ ਦਿੱਤਾ ਸੀ। ਅੰਗਰੇਜ਼ ਸਰਕਾਰ ਨੇ ਦਰਬਾਰ ਦਾ ਸਪਸ਼ਟੀਕਰਨ ਤੇ ਸਫਾਈ ਰੱਦ ਕਰ ਦਿੱਤੀ। ਲਾਰਡ ਗਫ ਨੇ ਅੱਗੇ ਵਧਣਾ ਜਾਰੀ ਰੱਖਿਆ। ਲਾਰਡ ਹਾਰਡਿੰਗ ਉਸ ਨਾਲ 26 ਨਵੰਬਰ ਨੂੰ ਕਰਨਾਲ ਆ ਕੇ ਮਿਲ ਗਿਆ ਤਾਂ ਫਿਰ ਦੋਹਾਂ ਨੇ ਫਿਰੋਜ਼ਪੁਰ ਵੱਲ ਅੱਗੇ ਵਧਣਾ ਜਾਰੀ ਰੱਖਿਆ। 3 ਦਸੰਬਰ ਨੂੰ ਅੰਗਰੇਜ਼ਾਂ ਨੇ ਦਰਬਾਰ ਨਾਲ ਰਾਜਦੂਤਕ ਸਬੰਧ ਤੋੜ ਲਏ ਤੇ ਦਰਬਾਰ ਦੇ ਪ੍ਰਤੀਨਿਧ ਨੂੰ ਉਸ ਦੀ ਰਾਹਦਾਰੀ ਯਾਨੀ ਪਾਸਪੋਰਟ ਮੋੜ ਦਿੱਤਾ। ਹੁਣ ਕੋਈ ਸ਼ੱਕ ਨਹੀਂ ਰਹਿ ਗਿਆ ਸੀ ਕਿ ਅੰਗਰੇਜ਼ ਯੁੱਧਵਾਨ ਦੇ ਚਾਹਵੰਦ ਸਨ। ਜੇ ਉਹਨਾਂ ਨੂੰ ਆਪਣੀਆਂ ਫਿਰੋਜ਼ਪੁਰ ਦੀਆਂ ਸੈਨਾਵਾਂ ਨਾਲ ਮਿਲਣ ਦਿੱਤਾ ਜਾਂਦਾ ਤਾਂ ਉਹਨਾਂ ਨੇ ਬੇੜੀਆਂ ਦੇ ਪੁਲ ਬਣਾ ਕੇ ਅਵਾਸ਼ੀ ਲਾਹੌਰ ਲਈ ਖਤਰਾ ਬਣਨਾ ਸੀ। ਖਾਲਸਾ ਫੌਜਾਂ ਨੇ ਉਹਨਾਂ ਦੀ ਚਾਲ ਨੂੰ ਰੋਕਣ ਦਾ ਫੈਸਲਾ ਕਰ ਲਿਆ। ਫੌਜ ਦੇ ਇੱਕ ਦਲ ਨੂੰ ਜਨਰਲ ਲਿਟਲਰ ਨਾਲ ਲੜਾਈ ਲੜਨ ਦਾ ਤੇ ਦੂਸਰੇ ਦਲ ਨੂੰ ਗਫ ਤੇ ਹਾਰਡਿੰਗ ਅਧੀਨ ਆ ਰਹੀ ਫੌਜ ਨੂੰ ਰੋਕਣ ਦਾ ਹੁਕਮ ਦੇ ਦਿੱਤਾ ਗਿਆ। 11 ਦਸੰਬਰ 1845 ਨੂੰ ਪੰਜਾਬ ਦੀ ਫੌਜ ਨੇ ਸਤਲੁਜ ਦਰਿਆ ਨੂੰ ਹਰੀਕੇ ਪੱਤਨ ਤੋਂ ਪਾਰ ਆਪਣੇ ਹੀ ਇਲਾਕੇ ਵਿੱਚ ਜਾਣਾ ਸ਼ੁਰੂ ਕੀਤਾ। 13 ਦਸੰਬਰ ਨੂੰ ਲਾਰਡ ਹਾਰਡਿੰਗ ਨੇ ਯੁੱਧ ਐਲਾਨ ਕਰ ਦਿੱਤਾ। ਉਸ ਨੇ ਐਲਾਨ ਕਰਦਿਆਂ ਸਿੱਖਾਂ ਤੇ ਇਹ ਇਲਜ਼ਾਮ ਲਾਇਆ ਕਿ ਸਿੱਖਾਂ ਨੇ ਬਿਨਾਂ ਕਿਸੇ ਉਤੇਜਨਾ ਦੇ ਅੰਗਰੇਜ਼ੀ ਇਲਾਕੇ ਤੇ ਹਮਲਾ ਕਰ ਦਿੱਤਾ ਹੈ। ਸਤਲੁਜ ਦੇ ਖੱਬੇ ਕਿਨਾਰੇ ਤੇ ਸਿੱਖ ਅਧੀਨ ਇਲਾਕੇ ਜ਼ਬਤ ਕਰ ਲਏ ਗਏ ਤੇ ਸਤਲੁਜ ਤੋਂ ਪਾਰ ਦੇ ਸਰਦਾਰਾਂ ਨੂੰ ਸਾਂਝੇ ਵੈਰੀ ਨੂੰ ਸਜ਼ਾ ਦੇਣ ਲਈ ਸਹਿਯੋਗ ਕਰਨ ਲਈ ਕਿਹਾ ਗਿਆ। ਅੰਗਰੇਜ਼ਾਂ ਵਿਰੁੱਧ ਦਰਬਾਰ ਵੱਲੋਂ ਭੇਜੀ ਗਈ ਫੌਜ ਦੀ ਸਹੀ ਗਿਣਤੀ ਦਰਬਾਰ ਦੀ ਫੌਜ ਨਾਲੋਂ ਜ਼ਿਆਦਾ ਸੀ, ਪਰੰਤੂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਫੌਜ ਦੇ ਦੋਵੇਂ ਸੈਨਾਪਤੀ ਤੇਜ ਸਿੰਘ ਤੇ ਲਾਲ ਸਿੰਘ ਦੀ ਅੰਗਰੇਜ਼ਾਂ ਨਾਲ ਧਰੂਪੂਰਨ ਖਤੋ ਖਿਤਾਬਤ ਤੇ ਸੰਪਰਕ ਸਨ ਤੇ ਰਾਣੀ ਜਿੰਦਾ ਵੀ ਸੰਭਵ ਤੌਰ 'ਤੇ ਇਹ ਗੱਲ ਜਾਣਦੀ ਸੀ ਕਿ ਲਾਲ ਸਿੰਘ ਨੇ ਅੰਗਰੇਜ਼ਾਂ ਨੂੰ ਲਿਖਿਆ ਹੋਇਆ ਸੀ ਕਿ ਉਹ ਉਸ ਨੂੰ ਤੇ ਬੀਬੀ ਸਾਹਿਬਾਂ ਜਿੰਦਾ ਨੂੰ ਆਪਣੇ ਮਿੱਤਰ ਸਮਝਣ ਤੇ ਉਹਨਾਂ ਖਾਤਰ ਬੁਰਸ਼ਾਂ ਦਾ ਘਾਣ ਕਰ ਦੇਣ। 18 ਦਸੰਬਰ 1845 ਨੂੰ ਮੁਦਕੀ ਦਾ ਯੁੱਧ। ਦਰਬਾਰ ਦੀ ਸੈਨਾ ਦੋ ਭਾਗਾਂ ਵਿੱਚ ਵੰਡੀ ਹੋਈ ਸੀ। ਤੇਜ ਸਿੰਘ ਜਨਰਲ ਲਿਟਲਰ ਨਾਲ ਟੱਕਰ ਲੈਣ ਲਈ ਫਿਰੋਜ਼ਪੁਰ ਵੱਲ ਅੱਗੇ ਵਧਿਆ। ਲਾਲ ਸਿੰਘ ਨੇ ਆਪਣੀ ਫੌਜ ਦੇ ਵੱਡੇ ਹਿੱਸੇ ਨਾਲ ਫੇਰੂ ਸ਼ਹਿਰ, ਮਗਰੋਂ ਇਹ ਫਿਰੋਜ਼ ਸ਼ਹਿਰ ਵਜੋਂ ਪ੍ਰਸਿੱਧ ਹੋਇਆ, ਪਿੰਡ ਨੇੜੇ ਮੋਰਚਾਬੰਦੀ ਕਰ ਲਈ ਤੇ ਉਹ ਗਫ ਤੇ ਹਾਰਡਿੰਗ ਨੂੰ ਰੋਕਣ ਲਈ ਅੱਗੇ ਵਧਿਆ। ਉਹ ਇਹ ਵੇਖ ਕੇ ਹੈਰਾਨ ਹੋ ਗਿਆ ਕਿ ਅੰਗਰੇਜ਼ ਮੁਦਕੀ ਤੱਕ ਪਹੁੰਚ ਗਏ ਸਨ। ਬਾਵਜੂਦ ਵੈਰੀ ਦੀ ਸੈਨਿਕਾਂ ਤੇ ਜੰਗੀ ਸਮਾਨ ਵਿੱਚ ਪ੍ਰਮੁੱਖਤਾ ਦੇ ਲਾਲ ਸਿੰਘ ਨੇ ਲੜਾਈ ਸ਼ੁਰੂ ਕਰ ਦਿੱਤੀ ਤੇ ਆਪ ਫਿਰੋਜ਼ ਸ਼ਹਿਰ ਵੱਲ ਭੱਜ ਗਿਆ। ਆਗੂ ਰਹਿਤ ਪੰਜਾਬੀਆਂ ਨੇ ਵਧੇਰੇ ਗਿਣਤੀ ਤੇ ਵਧੇਰੇ ਅਨੁਭਵੀ ਯੂਰਪੀ ਕਮਾਂਡਰਾਂ ਵਿਰੁੱਧ ਹੱਥੋਂ ਹੱਥ ਭਿਆਨਕ ਲੜਾਈ ਲੜੀ। ਲੜਾਈ ਜ਼ੋਰ ਸ਼ੋਰ ਨਾਲ ਅੱਧੀ ਰਾਤ ਤੱਕ ਹੁੰਦੀ ਰਹੀ। ਇਸੇ ਕਾਰਨ ਇਹ ਅੱਧੀ ਰਾਤ ਦੀ ਲੜਾਈ ਵਜੋਂ ਮਸ਼ਹੂਰ ਹੋਈ। ਅੱਧੀ ਫੌਜ ਮਰਵਾ ਕੇ ਤੇ 15 ਤੋਪਾਂ ਖੁਆ ਕੇ ਪੰਜਾਬੀ ਰਨ ਖੇਤਰ ਤੋਂ ਪਿੱਛੇ ਹਟ ਗਏ। ਮੁਦਕੀ ਦੀ ਲੜਾਈ ਦਾ ਇਸ ਤੋਂ ਵੱਧ ਕੋਈ ਫੌਜੀ ਮਹੱਤਵ ਨਹੀਂ ਕਿ ਇਸ ਨੇ ਅੰਗਰੇਜ਼ਾਂ ਨੂੰ ਪੰਜਾਬੀ ਸਿਪਾਹੀਆਂ ਦੇ ਲੜਾਕੂ ਗੁਣਾਂ ਦਾ ਪਹਿਲਾ ਅਨੁਭਵ ਦਿੱਤਾ। ਅੰਗਰੇਜ਼ਾਂ ਦਾ ਭਾਰੀ ਜਾਨੀ ਨੁਕਸਾਨ ਹੋਇਆ। ਉਹਨਾਂ ਲਈ ਸਹਾਇਤਾ ਫੌਜ ਅੰਬਾਲਾ, ਮੇਰਠ ਤੇ ਦਿੱਲੀ ਤੋਂ ਭੇਜੀ ਗਈ। ਲਾਰਡ ਹਾਰਡਿੰਗ ਆਪਣੀ ਗਵਰਨਰ ਜਨਰਲ ਦੀ ਸ੍ਰੇਸ਼ਟ ਪਦਵੀ ਤਿਆਗ ਕੇ ਸੈਨਾਪਤੀ ਦਾ ਨਾਇਬ ਬਣਨ ਲਈ ਸਹਿਮਤ ਹੋ ਗਿਆ। ਫਿਰ ਸਤਲੁਜ ਵੱਲ ਅੱਗੇ ਵਧਣ ਲਈ ਕੂਚ ਜਾਰੀ ਰੱਖਿਆ। 21 ਦਸੰਬਰ 1845 ਦੀ ਫਿਰੋਜ਼ ਸ਼ਹਿਰ ਦੀ ਲੜਾਈ। 21 ਦਸੰਬਰ ਨੂੰ ਗਫ ਫਿਰੋਜ਼ ਸ਼ਹਿਰ ਵਿੱਚ ਪੰਜਾਬੀ ਮੋਰਚਿਆਂ ਦੇ ਸਾਹਮਣੇ ਪਹੁੰਚ ਗਿਆ। ਦੁਪਹਿਰ ਤੋਂ ਪਿੱਛੋਂ ਜਨਰਲ ਲਿਟਲਰ, ਜੋ ਤੇਜ ਸਿੰਘ ਕੋਲੋਂ ਬਚ ਕੇ ਨਿਕਲ ਗਿਆ ਸੀ, ਆਪਣੀ ਸੈਨਾ ਲੈ ਕੇ ਗਫ ਨਾਲ ਆ ਮਿਲਿਆ।
ਅੰਗਰੇਜ਼ ਸੈਨਾਪਤੀਆਂ ਨੇ ਤੁਰੰਤ ਹੀ ਹਮਲੇ ਦਾ ਹੁਕਮ ਦੇ ਦਿੱਤਾ। ਲੜਾਈ ਸਾਲ ਦੇ ਸਭ ਤੋਂ ਛੋਟੇ ਦਿਨ ਨੂੰ ਦੁਪਹਿਰ ਪਿੱਛੋਂ ਸ਼ੁਰੂ ਹੋਈ। ਅੰਗਰੇਜ਼ਾਂ ਨੇ ਘੋੜਸਵਾਰ, ਪਿਆਦਾ ਤੇ ਤੋਪਖਾਨੇ ਦੇ ਇੱਕ ਵੱਡੇ ਹਮਲੇ ਨਾਲ ਪੰਜਾਬੀਆਂ ਨੂੰ ਹਰਾਉਣ ਲਈ ਧਾਵਾ ਬੋਲ ਦਿੱਤਾ। ਜ਼ਬਰਦਸਤ ਲੜਾਈ ਸ਼ਾਮ ਹੋਣ ਤੱਕ ਚੱਲਦੀ ਰਹੀ। ਆਖਰ ਹਨੇਰਾ ਹੋ ਗਿਆ। ਇੱਕ ਗੋਲਾ ਪੰਜਾਬੀ ਅਸਲਾਖਾਨੇ ਤੇ ਵੱਜਾ ਤੇ ਕਈ ਤੰਬੂਆਂ ਨੂੰ ਅੱਗ ਲੱਗ ਗਈ। ਪੰਜਾਬੀਆਂ ਨੇ ਇਸ ਆਫਤ ਨੂੰ ਆਪਣੇ ਹੱਕ ਵਿੱਚ ਵਰਤਿਆ ਤੇ ਉਹ ਵੈਰੀ ਦੀਆਂ ਟੋਲੀਆਂ ਤੇ ਜਾ ਪਏ ਜੋ ਮੋਰਚਿਆਂ ਵਿੱਚ ਜਾ ਚੁੱਕੀਆਂ ਸਨ। ਅੱਧੀ ਰਾਤ ਨੂੰ ਚੰਦਰਮਾ ਚੜ੍ਹ ਆਇਆ, ਜਿਸ ਨਾਲ ਪੰਜਾਬੀਆਂ ਨੇ ਵੈਰੀ ਦੇ ਗੜ੍ਹਾਂ ਦਾ ਸਫਾਇਆ ਕਰ ਦਿੱਤਾ ਤੇ ਉਹ ਆਪਣੀ ਹਾਰ ਤੋਂ ਉੱਭਰ ਆਏ। ਅੰਗਰੇਜ਼ਾਂ ਦਾ ਬਹੁਤ ਭਾਰੀ ਜਾਨੀ ਨੁਕਸਾਨ ਹੋਇਆ। ਗਵਰਨਰ ਜਨਰਲ ਦੇ ਨਿੱਜੀ ਹਮਲੇ ਦਾ ਹਰ ਵਿਅਕਤੀ ਜਾਂ ਮਾਰਿਆ ਗਿਆ ਜਾਂ ਜ਼ਖਮੀ ਹੋ ਗਿਆ। ਉਸ ਕਕਰੀਲੀ ਰਾਤ ਵਿੱਚ ਹਿੰਦੁਸਤਾਨ ਦੀ ਕਿਸਮਤ ਡੋਲ ਰਹੀ ਸੀ ਤੇ ਅਸਥਿਰ ਸੀ। ਫਿਰੋਜ਼ ਸ਼ਹਿਰ ਦੇ ਮੈਦਾਨਾਂ ਵਿੱਚ ਜਦੋਂ ਸੂਰਜ ਚੜ੍ਹਿਆ ਤਾਂ ਬਰਤਾਨਵੀ ਸੈਨਾ ਦੀ ਬੁਰੀ ਤਰ੍ਹਾਂ ਸ਼ਕਲ ਵਿਗੜੀ ਹੋਈ ਸੀ ਤੇ ਇਸ ਦੀ ਖੁੰਬ ਠੱਪੀ ਜਾ ਚੁੱਕੀ ਸੀ। ਇਸ ਦਾ ਗੋਲਾ ਬਰੂਦ ਮੁੱਕ ਗਿਆ ਸੀ ਤੇ ਸਿਪਾਹੀਆਂ ਵਿੱਚ ਹੁਣ ਲੜਾਈ ਲੜਨ ਦਾ ਸਾਹਸ ਨਾ ਰਿਹਾ। ਇਸ ਸਮੇਂ ਫਿਰੋਜ਼ਪੁਰ ਵੱਲੋਂ ਤੇਜ ਸਿੰਘ ਸੈਨਾ ਲੈ ਕੇ ਆ ਗਿਆ, ਜੋ ਇੱਕਦਮ ਤਾਜ਼ਾ ਤੇ ਲੜਾਈ ਲਈ ਉਤਾਵਲੀ ਸੀ। ਤੇਜ ਸਿੰਘ ਦੀਆਂ ਤੋਪਾਂ ਗੋਲੇ ਭਰਾਉਣ ਲੱਗੀਆਂ। ਤੋਪਖਾਨੇ ਕੋਲ ਜਵਾਬੀ ਕਾਰਵਾਈ ਲਈ ਗੋਲਾ ਬਰੂਦ ਹੀ ਨਹੀਂ ਸੀ। ਫਿਰ ਬਿਨਾਂ ਕਿਸੇ ਕਾਰਨ ਦੇ ਤੇਜ ਸਿੰਘ ਦੀਆਂ ਤੋਪਾਂ ਚੱਲਣੋਂ ਬੰਦ ਹੋ ਗਈਆਂ ਤੇ ਕੁਝ ਚਿਰ ਮਗਰੋਂ ਉਸਨੇ ਆਪਣੀ ਫੌਜ ਨੂੰ ਪਿੱਛੇ ਹਟ ਜਾਣ ਦਾ ਹੁਕਮ ਦੇ ਦਿੱਤਾ। ਲਾਰਡ ਗੱਫ ਸਮਝ ਗਿਆ ਕਿ ਸਿੱਖ ਸੈਨਾਪਤੀਆਂ ਨੇ ਗੱਦਾਰੀ ਕਰਨ ਦਾ ਆਪਣਾ ਇਕਰਾਰ ਨਿਭਾ ਦਿੱਤਾ ਹੈ। ਉਸਨੇ ਆਪਣੇ ਘੋੜਸਵਾਰਾਂ ਨੂੰ ਫਿਰੋਜ਼ ਸ਼ਹਿਰ ਦੇ ਮੋਰਚਿਆਂ ਤੇ ਹਮਲਾ ਕਰਨ ਦਾ ਹੁਕਮ ਦੇ ਦਿੱਤਾ। ਰੱਖਿਅਕ, ਜੋ ਪੂਰੇ ਵਿਸ਼ਵਾਸ ਵਿੱਚ ਸਨ ਕਿ ਤੇਜ ਸਿੰਘ ਪਲਟ ਕੇ ਵੈਰੀ ਨੂੰ ਸ਼ਾਨਦਾਰ ਝਟਕਾ ਦੇਵੇਗਾ, ਹੈਰਾਨ ਰਹਿ ਗਏ। ਉਹ ਆਪਣੇ ਤੰਬੂਆਂ ਚੋਂ ਨੱਠ ਗਏ। ਤੋਪਾਂ ਤੇ 80,000 ਪੌਂਡ ਗੋਲਾ ਬਰੂਦ ਤੇ ਸਾਰਾ ਰਸਦ ਸਮਾਨ ਛੱਡ ਗਏ। ਫਿਰੋਜ਼ ਸ਼ਹਿਰ ਦੀ ਤਬਾਹੀ ਨੇ ਦਰਬਾਰ ਦੇ ਉਨ੍ਹਾਂ ਪਤਵੰਤਿਆਂ ਦਾ ਹੌਸਲਾ ਢਾ ਦਿੱਤਾ ਜੋ ਰਾਜ ਪ੍ਰਤੀ ਵਫਾਦਾਰ ਰਹੇ ਸਨ। ਗੁਲਾਬ ਸਿੰਘ ਡੋਗਰੇ ਨੇ ਆਪਣਾ ਪ੍ਰਤੀਨਿਧ ਸਮਝੌਤੇ ਲਈ ਗੱਲਬਾਤ ਕਰਨ ਲਈ ਲੁਧਿਆਣੇ ਅੰਗਰੇਜ਼ਾਂ ਤੋਂ ਸਹਾਇਤਾ ਪ੍ਰਾਪਤ ਕਰਨ ਲਈ ਭੇਜਿਆ। ਉਸ ਵਾਂਗ ਕਈ ਹੋਰ ਸਰਦਾਰਾਂ ਨੇ ਵੀ ਕੀਤਾ। ਹੋਰ ਗਦਾਰਾਂ ਨੂੰ ਪ੍ਰੇਰਨਾ ਲਈ ਤੇ ਉਤਸ਼ਾਹਿਤ ਕਰਨ ਲਈ ਲਾਰਡ ਹਾਰਡਿੰਗ ਨੇ ਸਾਰੇ ਹਿੰਦੁਸਤਾਨੀਆਂ ਨੂੰ ਦਰਬਾਰ ਦੀ ਨੌਕਰੀ ਤੇ ਸਭ ਜਾਇਦਾਦਾਂ ਛੱਡ ਕੇ ਅੰਗਰੇਜ਼ੀ ਰੱਖਿਆ ਅਧੀਨ ਆਉਣ ਦਾ ਐਲਾਨ ਕਰ ਦਿੱਤਾ। ਬੱਦੋਵਾਲ ਦੀ ਲੜਾਈ 21 ਜਨਵਰੀ 1846, ਅਲੀਵਾਲ ਦੀ ਲੜਾਈ 28 ਜਨਵਰੀ 1846। ਲਾਰਡ ਗੱਫ ਸਤਲੁਜ ਦਰਿਆ ਪਾਰ ਕਰਨ ਤੇ ਲਾਹੌਰ ਵੱਲ ਕੂਚ ਕਰਨ ਤੋਂ ਪਹਿਲਾਂ ਕੁਮਕ ਦੀ ਉਡੀਕ ਕਰਨ ਲੱਗਾ। ਦਰਬਾਰ ਨੂੰ ਜਾਣਕਾਰੀ ਮਿਲ ਗਈ ਕਿ ਵੈਰੀ ਤੋਪਾਂ ਤੇ ਅਸਲਾ ਲੈ ਕੇ ਦਿੱਲੀ ਤੇ ਅੰਬਾਲੇ ਤੋਂ ਉੱਤਰ ਵੱਲ ਆ ਰਿਹਾ ਸੀ। ਇਹ ਸਾਰਾ ਜੰਗੀ ਸਾਮਾਨ ਫਿਰੋਜ਼ਪੁਰ ਵੱਲ ਨਦੀ ਰਾਹੀਂ ਭੇਜਣ ਤੋਂ ਪਹਿਲਾਂ ਲੁਧਿਆਣਾ ਵਿੱਚ ਭੰਡਾਰ ਕੀਤਾ ਜਾਣਾ ਸੀ। ਰਣਜੋਤ ਸਿੰਘ ਮਜੀਠੀਆ ਤੇ ਅਜੀਤ ਸਿੰਘ ਲਾਡਵਾ ਨੇ ਫਿਲੌਰ ਕੋਲੋਂ 8,000 ਸੈਨਿਕਾਂ ਤੇ 70 ਤੋਪਾਂ ਨਾਲ ਸਤਲੁਜ ਪਾਰ ਕੀਤਾ। ਬੜੀ ਫੁਰਤੀ ਨਾਲ ਪੈਂਡਾ ਮਕਾਉਂਦਿਆਂ ਉਹਨਾਂ ਨੇ ਫਤਿਹਗੜ੍ਹ, ਧਰਮਕੋਟ, ਗਗਰਾਣਾ ਤੇ ਬੱਦੋਵਾਲ ਦੇ ਕਿਲੇ ਆਜ਼ਾਦ ਕਰਵਾ ਲਏ ਤੇ ਲੁਧਿਆਣੇ ਤੋਂ 7 ਮੀਲ ਦੂਰ ਬਰਨਹਾੜਾ ਦੇ ਸਥਾਨ ਤੇ ਡੇਰਾ ਲਾ ਲਿਆ। ਪੰਜਾਬੀ ਲੁਧਿਆਣੇ ਦੀ ਛਾਉਣੀ ਵਿੱਚ ਦਾਖਲ ਹੋ ਗਏ ਤੇ ਕਈ ਬੈਰਕਾਂ ਨੂੰ ਅੱਗ ਲਾ ਦਿੱਤੀ। ਲੁਧਿਆਣੇ ਦੀ ਸਹਾਇਤਾ ਲਈ ਸਰ ਹੈਰੀ ਸਮਿਥ ਨੂੰ ਭੇਜਿਆ ਗਿਆ। ਉਹ ਫਿਰੋਜ਼ਪੁਰ ਤੋਂ ਉੱਤਰ ਵੱਲ ਸਤਲੁਜ ਤੋਂ ਕੁਝ ਮੀਲ ਦੂਰ ਹਟ ਕੇ ਅੱਗੇ ਵਧਿਆ। ਰਣਜੋਤ ਸਿੰਘ ਮਜੀਠੀਆ ਨੇ ਸਮਿਥ ਦੇ ਦਸਤੇ ਦੀ ਲੁੱਟਮਾਰ ਕੀਤੀ ਤੇ ਜਦੋਂ ਸਮਿਥ ਨੇ ਬੱਦੋਵਾਲ ਦੇ ਸਥਾਨ ਤੇ ਅਸਲ ਰਸਤੇ ਤੋਂ ਹਟ ਕੇ ਮੋੜ ਘੋੜ ਵਾਲਾ ਰਾਹ ਅਪਣਾਇਆ ਤਾਂ ਉਸ ਦੇ ਪਿਛਲੇ ਭਾਗ ਤੇ ਬੜਾ ਭਾਰੀ ਹਮਲਾ ਕਰਕੇ ਰਸਦ ਸਮਾਨ ਲੁੱਟ ਲਿਆ। ਕੁਝ ਦਿਨ ਮਗਰੋਂ ਸਰ ਹੈਰੀ ਸਮਿਥ ਨੂੰ ਸਹਾਇਤਾ ਪਹੁੰਚ ਗਈ, ਜਿਸ ਦੀ ਉਸ ਨੂੰ ਆਸ ਸੀ ਤੇ ਉਹ ਫਿਰ ਪੰਜਾਬੀਆਂ ਵੱਲ ਝਪਟਿਆ। ਅਲੀਵਾਲ ਦੇ ਅਸਥਾਨ ਤੇ ਸਮਿਥ ਨੇ ਰਣਜੋਤ ਸਿੰਘ ਮਜੀਠੀਏ ਤੇ ਅਜੀਤ ਸਿੰਘ ਲਾਡਵੇ ਨੂੰ ਕਰਾਰੀ ਹਾਰ ਦਿੱਤੀ। ਦੋਵੇਂ ਮੈਦਾਨ ਵਿੱਚੋਂ ਭੱਜ ਗਏ। ਇੱਕ ਵਾਰ ਫਿਰ ਪੰਜਾਬੀਆਂ ਨੇ ਹਾਰ ਮੰਨਣ ਤੋਂ ਨਾ ਕਰ ਦਿੱਤੀ। ਬਹੁਤ ਵੱਡੀ ਗਿਣਤੀ ਵਿੱਚ ਉਹ ਲੜਾਈ ਲੜਦੇ ਹੋਏ ਮਰ ਗਏ। ਬਹੁਤ ਸਾਰੇ ਦਰਿਆ ਵਿੱਚ ਡੁੱਬ ਗਏ। ਦੁਸ਼ਮਣ ਦੇ ਹੱਥ 56 ਤੋਪਾਂ ਆ ਗਈਆਂ। 10 ਫਰਵਰੀ 1846 ਨੂੰ ਸਭਰਾਵਾਂ ਦੀ ਲੜਾਈ। ਅਲੀਵਾਲ ਵਿੱਚ ਅਸਲਾ ਦੇ ਨੁਕਸਾਨ ਕਾਰਨ ਦਰਬਾਰ ਦੀ ਸਥਿਤੀ ਹੁਣ ਰੱਖਿਆਤਮਕ ਹੋ ਗਈ। ਉਸ ਦੇ ਜਰਨੈਲ ਨੂੰ ਇਸ ਬਾਰੇ ਪੱਕਾ ਯਕੀਨ ਨਹੀਂ ਸੀ ਕਿ ਵੈਰੀ ਸਤਲੁਜ ਕਿਸ ਥਾਂ ਤੋਂ ਪਾਰ ਕਰੇਗਾ। ਇਸ ਲਈ ਉਹਨਾਂ ਨੇ ਆਪਣੀ ਸੈਨਾ ਨੂੰ ਕਈ ਹਿੱਸਿਆਂ ਵਿੱਚ ਵੰਡ ਦਿੱਤਾ। ਵੈਰੀ ਨੂੰ ਲਾਹੌਰ ਵੱਲ ਵਧਣ ਤੋਂ ਰੋਕਣ ਲਈ ਸਤਲੁਜ ਕਿਨਾਰੇ ਸਭਰਾਵਾਂ ਪਿੰਡ ਦੇ ਸਥਾਨ ਤੇ ਫੌਜ ਨੇ
ਘੋੜੇ ਦੀ ਸੁੰਬ ਜਾਂ ਨਾਲ ਦੇ ਆਕਾਰ ਵਾਂਗ ਮੋਰਚੇਬੰਦੀ ਕਰ ਲਈ। ਇਹ ਫੌਜ ਗਦਾਰ ਤੇਜ ਸਿੰਘ ਦੇ ਅਧੀਨ ਸੀ। ਦੂਸਰਾ ਗਦਾਰ ਲਾਲ ਸਿੰਘ ਦਰਿਆ ਤੋਂ ਥੋੜ੍ਹਾ ਜਿਹਾ ਉੱਪਰ ਵਿਖਾਵੇ ਮਾਤਰ ਅੰਮ੍ਰਿਤਸਰ 'ਤੇ ਹਮਲਾ ਰੋਕਣ ਲਈ ਮੋਰਚਾ ਮੱਲ ਬੈਠਾ। ਪੰਜਾਬੀਆਂ ਨੇ ਸਤਲੁਜ ਦੇ ਖੱਬੇ ਕਿਨਾਰੇ ਬੇੜੀਆਂ ਦੇ ਪੁਲ ਰਾਹੀਂ ਆਧਾਰ ਡੇਰੇ ਨਾਲ ਸੰਪਰਕ ਕਾਇਮ ਰੱਖਣ ਲਈ ਮੋਰਚੇ ਮੱਲ ਲਏ। ਉਹਨਾਂ ਦੀਆਂ ਵੱਡੀਆਂ ਤੋਪਾਂ ਉੱਚੇ ਬੰਨਾਂ ਪਿੱਛੇ ਬੀੜੀਆਂ ਹੋਈਆਂ ਸਨ, ਜੋ ਹਮਲੇ ਦੀ ਕਾਰਵਾਈ ਕਰਨ ਲਈ ਅਚਲ ਸਨ। ਪਿਆਦਾ ਫੌਜ ਵੀ ਟਿੱਲਿਆਂ ਪਿੱਛੇ ਨਿਯੁਕਤ ਸੀ ਤੇ ਇਸ ਲਈ ਉਸ ਨੂੰ ਵੈਰੀ ਨੂੰ ਪਰੇਸ਼ਾਨ ਕਰਨ ਲਈ ਵਰਤਣਾ ਔਖਾ ਸੀ। ਗਫ ਤੇ ਹਾਰਡਿੰਗ ਨੇ ਸਾਹਮਣੇ ਪਾਸੋਂ ਸਭਰਾਵਾਂ 'ਤੇ ਹਮਲਾ ਕਰਨ ਤੇ ਇੱਕ ਹੀ ਹੱਲੇ ਨਾਲ ਦਰਬਾਰ ਦੀ ਫੌਜ ਤਬਾਹ ਕਰਨ ਦਾ ਫੈਸਲਾ ਕੀਤਾ। ਇਹ ਵਿਉਂਤ ਇਸ ਭਰੋਸੇ ਨਾਲ ਬਣਾਈ ਗਈ ਕਿ ਸਿੱਖ ਸੈਨਾਪਤੀ ਉਹਨਾਂ ਦੇ ਸਮਰਥਕ ਸਨ। 7 ਫਰਵਰੀ ਨੂੰ ਵਰਖਾ ਸ਼ੁਰੂ ਹੋ ਗਈ। ਅਗਲੇ 2 ਦਿਨਾਂ ਵਿੱਚ ਮੋਹਲੇਧਾਰ ਮੀਂਹ ਲਗਾਤਾਰ ਵਰਦਾ ਰਿਹਾ। ਸਤਲੁਜ ਦਾ ਪਾਣੀ 7 ਇੰਚ ਹੋਰ ਚੜ੍ਹ ਗਿਆ ਤੇ ਸਾਰੇ ਪੱਤਨ ਅਲੰਘ ਹੋ ਗਏ। ਸਿਰਫ ਬੇੜੀਆਂ ਦੇ ਇੱਕ ਡਾਵਾਂਡੋਲ ਪੁਲ ਨਾਲ ਖੱਬੇ ਕਿਨਾਰੇ 'ਤੇ ਮੋਰਚੇ ਮੱਲੀ ਬੈਠੀ ਸੈਨਾ ਆਪਣੇ ਮੁੱਢਲੇ ਅੱਡੇ ਜਾਂ ਡੇਰੇ ਨਾਲ ਸੰਪਰਕ ਵਿੱਚ ਸੀ। ਗਫ ਨੇ ਤੇਜ਼ੀ ਨਾਲ ਮੌਕਾ ਸੰਭਾਲਿਆ। ਜਿਉਂ ਹੀ ਵਰਖਾ ਰੁਕੀ, ਉਸਨੇ ਫਿਰੋਜ਼ਪੁਰ ਤੋਂ ਕੂਚ ਕੀਤਾ ਤੇ ਰਾਤ ਦੇ ਹਨੇਰੇ ਦੀ ਆੜ ਵਿੱਚ ਸਭਰਾਓਂ ਦੇ ਸਥਾਨ 'ਤੇ ਪਹੁੰਚ ਕੇ ਮੋਰਚਾ ਸੰਭਾਲ ਲਿਆ। 10 ਫਰਵਰੀ ਦੀ ਸਵੇਰ ਨੂੰ ਦਰਿਆ ਤੋਂ ਲੈ ਕੇ ਮੀਂਹ ਨਾਲ ਗੜੁੱਚ ਖੇਤਾਂ ਤੱਕ ਦੋਹਾਂ ਸੈਨਾਵਾਂ ਨੂੰ ਧੁੰਦ ਨੇ ਘੇਰ ਲਿਆ। ਜਦੋਂ ਧੁੰਦ ਵਿੱਚ ਸੂਰਜ ਲਿਸ਼ਕਿਆ ਤਾਂ ਪੰਜਾਬੀਆਂ ਨੇ ਵੇਖਿਆ ਕਿ ਦੋਹਾਂ ਪਾਸਿਆਂ ਤੋਂ ਘੋੜੇ ਦੀ ਨਾਰ ਵਰਗੀ ਮੋਰਚਾਬੰਦੀ ਵਿੱਚ ਘਿਰੇ ਹੋਏ ਸਨ। ਉਹਨਾਂ ਦੇ ਸਾਹਮਣੇ ਅੰਗਰੇਜ਼ ਸੈਨਾ ਸੀ ਤੇ ਪਿਛਲੇ ਪਾਸੇ ਸਤਲੁਜ ਸੀ, ਜਿਸ ਵਿੱਚ ਹੜ੍ਹ ਆਇਆ ਹੋਇਆ ਸੀ। ਮੁੱਢਲੀ ਤੋਪਖਾਨੇ ਦੀ ਦਵੱਲੀ ਗੋਲਾਬਾਰੀ ਪਿੱਛੋਂ ਅੰਗਰੇਜ਼ਾਂ ਦੀ ਘੋੜਸਵਾਰ ਸੈਨਾ ਨੇ ਵਿਖਾਵੇ ਲਈ ਧੋਖਾ ਦੇਣ ਵਾਸਤੇ ਪੰਜਾਬੀ ਤੋਪਾਂ ਦੇ ਸਹੀ ਅਸਥਾਨ 'ਤੇ ਹਮਲਾ ਕੀਤਾ। ਉਹਨਾਂ ਵੱਲੋਂ ਫਿਰ ਗੋਲਾਬਾਰੀ ਸ਼ੁਰੂ ਕਰ ਦਿੱਤੀ ਗਈ ਤੇ 2 ਘੰਟਿਆਂ ਵਿੱਚ ਅੰਗਰੇਜ਼ਾਂ ਦੀਆਂ ਤੋਪਾਂ ਨੇ ਦਰਬਾਰ ਦਾ ਤੋਪਖਾਨਾ ਹੱਥ-ਹੱਲ ਕਰ ਦਿੱਤਾ। ਫਿਰ ਅੰਗਰੇਜ਼ਾਂ ਨੇ ਪੰਜਾਬੀ ਮੋਰਚਿਆਂ ਉੱਪਰ ਤਿੰਨਾਂ ਪਾਸਿਆਂ ਤੋਂ ਹਮਲਾ ਕਰ ਦਿੱਤਾ। ਤੇਜ ਸਿੰਘ ਬੇੜੀਆਂ ਦੇ ਪੁਲ ਰਾਹੀਂ ਪਾਰਲੇ ਪਾਸੇ ਨੱਠ ਗਿਆ ਤੇ ਇਸ ਨੂੰ ਤਬਾਹ ਕਰਵਾ ਦਿੱਤਾ। ਪਰੰਤੂ ਦੂਸਰੇ ਜਨਰਲ ਲੜਾਈ ਕਰਨ ਲਈ ਡਟੇ ਰਹੇ। ਉਹਨਾਂ ਵਿੱਚ ਸਭ ਤੋਂ ਉੱਘਾ ਸ਼ਾਮ ਸਿੰਘ ਅਟਾਰੀ ਵਾਲਾ ਸੀ, ਜੋ ਆਖਰੀ ਦਮ ਤੱਕ ਪੰਜਾਬੀਆਂ ਨੂੰ ਲੜਨ ਲਈ ਹੌਸਲਾ ਦਿੰਦਾ ਰਿਹਾ। ਜਿਨ੍ਹਾਂ ਨੇ ਜੰਗ ਦੇ ਮੈਦਾਨ 'ਚੋਂ ਨੱਠਣ ਦੀ ਕੋਸ਼ਿਸ਼ ਕੀਤੀ, ਉਹ ਦਰਿਆ ਸਤਲੁਜ ਦੇ ਘੁੰਮਣ ਘੇਰੀਆਂ ਪਾਉਂਦੇ ਪਾਣੀ ਵਿੱਚ ਡੁੱਬ ਕੇ ਮਰ ਗਏ। ਇਸ ਲੜਾਈ ਵਿੱਚ 10,000 ਪੰਜਾਬੀਆਂ ਨੇ ਜਾਨਾਂ ਗਵਾਈਆਂ। ਉਹਨਾਂ ਦੀਆਂ ਸਭ ਬੰਦੂਕਾਂ ਜਾਂ ਤਾਂ ਵੈਰੀ ਨੇ ਖੋਹ ਲਈਆਂ ਜਾਂ ਦਰਿਆ ਵਿੱਚ ਰੁੜ ਗਈਆਂ। ਇਹ ਮੁਕੰਮਲ ਤੇ ਤਬਾਹਕੁਨ ਹਾਰ ਸੀ। ਲਾਰਡ ਗਫ ਨੇ ਸਭਰਾਓ ਦੀ ਲੜਾਈ ਨੂੰ ਭਾਰਤ ਦੀ ਵਾਟਰਲੂ ਆਖਿਆ, ਜਿਸ ਨੇ ਪੰਜਾਬੀਆਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਲਿਖਿਆ, ਮੇਰੀ ਪਦਵੀ ਤੇ ਮੇਰੇ ਅਹੁਦੇ ਕਾਰਨ ਨੀਤੀ ਮੰਗ ਕਰਦੀ ਹੈ ਕਿ ਮੈਂ ਆਪਣੇ ਹਾਰੇ ਹੋਏ ਦੁਸ਼ਮਣ ਦੀ ਸ਼ਾਨਦਾਰ ਬਹਾਦਰੀ ਪ੍ਰਤੀ ਆਪਣੇ ਜਜ਼ਬਾਤ ਦਾ ਜਨਤਕ ਤੌਰ 'ਤੇ ਇਜ਼ਹਾਰ ਨਾ ਕਰਾਂ ਜਾਂ ਉਹਨਾਂ ਦੀ ਵੀਰਤਾ ਦੇ ਕਾਰਨਾਮਿਆਂ ਦਾ ਉਲੇਖ ਨਾ ਕਰਾਂ, ਜਿਸ ਦਾ ਉਹਨਾਂ ਨੇ ਵਿਅਕਤੀਗਤ ਰੂਪ ਵਿੱਚ ਹੀ ਨਹੀਂ ਸਗੋਂ ਸਮੂਹਕ ਰੂਪ ਵਿੱਚ ਸਰਦਾਰਾਂ ਨੇ ਤੇ ਸੈਨਾ ਨੇ ਪ੍ਰਦਰਸ਼ਨ ਕੀਤਾ ਸੀ। ਮੈਂ ਇਹ ਵੀ ਐਲਾਨ ਕਰਦਾ ਹਾਂ ਕਿ ਜੇ ਮੈਨੂੰ ਇਹ ਵਿਸ਼ਵਾਸ ਨਾ ਹੁੰਦਾ ਕਿ ਮੇਰੇ ਮੁਲਕ ਦੀ ਭਲਾਈ ਲਈ ਇਹ ਕੁਰਬਾਨੀ ਜ਼ਰੂਰੀ ਸੀ, ਤਾਂ ਮੈਂ ਅਜਿਹੇ ਦ੍ਰਿੜ ਤੇ ਸ਼ਰਦਕ ਜਵਾਨਾਂ ਦੀ ਫੌਜ ਦਾ ਭਿਆਨਕ ਕਤਲੇਆਮ ਵੇਖ ਕੇ ਜ਼ਰੂਰ ਰੋ ਪੈਂਦਾ। ਸਤਲੁਜ ਦੇ ਉੱਤਰ ਵੱਲ ਦੇ ਆਪਣੇ ਭਰਾਵਾਂ ਦੀ ਅੰਗਰੇਜ਼ਾਂ ਨਾਲ ਟੱਕਰ ਪ੍ਰਤੀ ਮਾਲਵੇ ਦੇ ਲੋਕਾਂ ਦਾ ਵਤੀਰਾ ਧਿਆਨ ਖਿੱਚਦਾ ਹੈ। ਇਸ ਖੇਤਰ ਦੇ ਅਨੇਕਾਂ ਸਿੱਖ ਸਰਦਾਰਾਂ ਵਿੱਚੋਂ ਪਟਿਆਲਾ, ਜੀਂਦ, ਫਰੀਦਕੋਟ ਤੇ ਛਛਰੌਲੀ ਦੇ ਸਰਦਾਰਾਂ ਨੇ ਦੁਸ਼ਮਣ ਨੂੰ ਨਿਰਸੰਕੋਚ ਸਮਰਥਨ ਦਿੱਤਾ। ਦੂਸਰੇ ਜਾਂ ਤਾਂ ਲਾਂਭੇ ਰਹੇ ਜਾਂ ਉਹਨਾਂ ਨੇ ਦਰਬਾਰ ਨਾਲ ਹਮਦਰਦੀ ਪ੍ਰਗਟ ਕੀਤੀ। ਦੋਹਾਂ ਮੁਸਲਿਮ ਹਾਕਮਾਂ ਵਿੱਚੋਂ ਮਲੇਰਕੋਟਲੇ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਤੇ ਮਮਦੋਟ ਦੇ ਹਾਕਮਾਂ ਨੇ ਬਾਵਜੂਦ ਇਸ ਪੇਸ਼ਕਸ਼ ਦੇ ਕਿ ਉਸ ਦੀ ਜਾਗੀਰ ਪੱਕਿਆ ਕਰ ਦਿੱਤੀ ਜਾਵੇਗੀ, ਉਸਨੇ ਆਪਣੇ ਭਰਾ ਨੂੰ ਫਿਰੋਜ਼ ਸ਼ਹਿਰ ਦੀ ਲੜਾਈ ਵਿੱਚ ਅੰਗਰੇਜ਼ਾਂ ਦੇ ਵਿਰੁੱਧ ਪਲਟਣ ਦੀ ਅਗਵਾਈ ਕਰਨ ਦੀ ਆਗਿਆ ਦਿੱਤੀ ਸੀ। ਸਤਲੁਜ ਦੀ ਲੜਾਈ ਦੇ ਖਾਤਮੇ 'ਤੇ ਅੰਗਰੇਜ਼ ਸਰਕਾਰ ਨੇ ਰੋਪੜ, ਲਾਡਵਾ ਤੇ ਅਲੋਵਾਲ ਜ਼ਬਤ ਕਰ ਲਏ। ਨਾਭੇ ਦੇ ਰਾਜ ਦੇ 1/4 ਹਿੱਸੇ ਉੱਪਰ ਅਧਿਕਾਰ ਕਰ ਲਿਆ ਤੇ ਆਪਣੇ ਸਹਿਯੋਗੀਆਂ ਵਿੱਚ ਵੰਡ ਦਿੱਤਾ। ਮਾਲਵਾ ਦੇ ਜਗੀਰਦਾਰਾਂ ਨੂੰ ਨਿਆਇਕ ਅਧਿਕਾਰ ਤੋਂ ਵੰਚਿਤ ਕਰ ਦਿੱਤਾ ਗਿਆ ਤੇ ਉਹਨਾਂ ਕੋਲ ਸਿਰਫ ਮਾਮਲਾ ਉਗਰਾਉਣ ਦੇ ਅਧਿਕਾਰ ਹੀ ਰਹਿਣ ਦਿੱਤੇ। ਬਾਕੀ ਅਗਲੇ ਹਿੱਸੇ ਵਿੱਚ।